ਹਰ ਲਬਦੋ ਮਿੱਤਰ ਸੁਮਿਤੋ, ਬਿਦਾਰਣ ਕਦੇ ਨ ਚਿੱਤੋ। ਜਾਂ ਕਾ ਅਸਥਲ ਤੋਲ ਅਮਿਤੋ, ਸੋਈ ਨਾਨਕੇ ਸਖਾ ਜੀ ਸੰਗ ਕਿਤੋ। ਅਪਜਸੰ ਮਿਟੰਤ ਸਤਪੁੱਤਰ ਹੈ, ਸਿਮਰ ਤਬ ਹਿਰਦੈ ਗੁਰ ਮੰਤਰਣੇ। ਪ੍ਰੀਤਮ ਭਗਵਾਨ ਅਚੁਤੇ, ਨਾਨਕ ਸੰਸਾਰ ਸਾਗਰ ਤਾਰਣੇ। ਮਰਣੰ ਬਿਸਰਣੰ ਗੋਬਿੰਦੇ, ਜੀਵਣੰ ਹਰਿ ਨਾਮ ਧਿਆਵਣੇ। ਲਭਣੰ ਸਾਧ ਸੰਗੇਣ ਨਾਨਕੇ, ਹਰ ਪੂਰਬ ਲਿਖਣੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਅਨੰਤ ਰਿਸ਼ਤਿਆਂ ਵਿੱਚ ਓਤ ਪ੍ਰੋਤ ਹੈ। ਰਿਸ਼ਤੇ ਵਿੱਚ ਕੋਈ ਵੀ ਘਾਟ, ਕੋਈ ਵੀ ਕਮੀ ਜੀਵਨ ਵਿੱਚ ਬਹੁਤ ਵੱਡੀ ਕਮੀ ਨੂੰ ਪੈਦਾ ਕਰ ਦਿੰਦੀ ਹੈ। ਜੈਸੇ ਜਨਮ ਤੋਂ ਹੀ ਕਿਸੇ ਦੀ ਮਾਂ ਦੀ ਮ੍ਰਿਤੂ ਹੋ ਜਾਏ ਤਾਂ ਮਾਂ ਦੀ ਮਮਤਾ ਤੋਂ ਉਸ ਦੀ ਝੋਲੀ ਵਾਂਝੀ ਰਹਿ ਜਾਂਦੀ ਹੈ। ਭਾਵੇਂ ਉਹ ਆਪਣੀ ਝੋਲੀ ਵਿੱਚ ਬਹੁਤ ਕੁਝ ਭਰ ਲਵੇ, ਬਹੁਤ ਕੁਝ ਪ੍ਰਾਪਤ ਕਰ ਲਵੇ, ਪਰ ਮਮਤਾ ਕਿਸ ਨੂੰ ਕਹਿੰਦੇ ਨੇ, ਲਾਡ ਕਿਸ ਨੂੰ ਕਹਿੰਦੇ ਨੇ, ਪਿਆਰ ਕਿਸ ਨੂੰ ਕਹਿੰਦੇ ਨੇ, ਔਰ ਆਂਤਰਿਕ ਹਿਰਦੇ ਦੀ ਚਾਹਤ ਕਿਸ ਨੂੰ ਕਹਿੰਦੇ ਨੇ, ਸ਼ਾਇਦ ਇਸ ਸਭ ਕੁਝ ਤੋਂ ਉਹ ਬੱਚਾ ਵਾਂਝਾ ਰਹਿ ਜਾਏ। ਇਸੇ ਤਰੀਕੇ ਨਾਲ ਜੇ ਛੋਟਾ ਮਾਸੂਮ ਬੱਚਾ ਪਿਤਾ ਦੀ ਹੋਂਦ ਤੋਂ ਵਾਂਝਾ ਰਹਿ ਜਾਏ, ਸਾਡੇ ਦੇਸ਼ ਦੇ ਤੇ ਉਸ ਨੂੰ ਯਤੀਮ ਕਹਿੰਦੇ ਨੇ। ਬਹੁਤ ਵੱਡੀ ਘਾਟ ਉਸ ਦੇ ਜੀਵਨ ਵਿੱਚ ਰਹਿ ਜਾਏਗੀ। ਠੀਕ ਹੈ, ਇਹ ਰਿਸ਼ਤੇ ਆਪਣੀ ਥਾਂ ਤੇ ਮਹਾਨ ਨੇ, ਪਰ ਅਗਾਂਹ ਚੱਲ ਕੇ ਜੇ ਇਸ ਨੂੰ ਭਰਾ ਨਸੀਬ ਨਾ ਹੋਇਆ ਤਾਂ ਕਹਿੰਦੇ ਨੇ ਇਸ ਦੇ ਕੋਲ ਤੇ ਬਾਵਾਂ ਹੀ ਨਹੀਂ ਨੇ। ਆਦਿ ਕਾਲ ਤੋਂ ਸਾਡੇ ਦੇਸ਼ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਭਰਾ ਬਾਵਾਂ ਹੁੰਦੀਆਂ ਨੇ ਔਰ ਮਾਂ ਠੰਡੀਆਂ ਛਾਵਾਂ ਹੁੰਦੀਆਂ ਨੇ। ਇਹ ਜਿਹੜੀਆਂ ਕਹਾਵਤਾਂ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਨੇ, ਇਹਨਾਂ ਵਿੱਚ ਬਹੁਤ ਵੱਡੀ ਸਚਾਈ ਹੈ। ਔਰ ਭਰਾ ਤੋਂ ਸਖਣਾ ਮਨੁੱਖ ਅਕਸਰ ਮਹਿਸੂਸ ਕਰਦਾ ਹੈ, ਮੇਰੀ ਬਾਂਹ ਨਹੀਂ ਹੈ, ਮੇਰੇ ਕੋਲ ਬਾਵਾਂ ਨਹੀਂ ਨੇ। ਲੇਕਿਨ ਕਿਸੇ ਦੀ ਭੈਣ ਨਾ ਹੋਵੇ ਤਾਂ ਵੀ ਬਰਾਬਰੀ, ਸਮਤਾ ਕਿਸ ਨੂੰ ਕਹਿੰਦੇ ਨੇ, ਸ਼ਾਇਦ ਬਹੁਤ ਸਾਰੀਆਂ ਅਦੁੱਤੀ ਗੁਣਾਂ ਤੋਂ ਔਰ ਕੋਮਲਤਾਵਾਂ ਤੋਂ ਉਹ ਵਾਂਝਾ ਰਹਿ ਜਾਏ। ਪਰ ਅਗਾਂਹ ਚੱਲ ਕੇ ਪਤਨੀ ਨਹੀਂ ਮਿਲ ਸਕੀ ਜਾਂ ਕਿਸੇ ਇਸਤਰੀ ਨੂੰ ਪਤੀ ਨਹੀਂ ਮਿਲ ਸਕਿਆ ਤਾਂ ਜੀਵਨ ਦਾ ਜੋ ਵਿਕਾਸ ਹੈ, ਜੋ ਪ੍ਰਫੁੱਲਤਾ ਹੈ, ਉਹ ਤੇ ਸਾਰੀ ਰੁਕ ਜਾਏਗੀ। ਉਹ ਤੇ ਐਸਾ ਹੈ ਜੈਸੇ ਕੋਈ ਬੀਜ ਬ੍ਰਿਕਸ਼ ਵੀ ਬਣਿਆ ਹੋਵੇ, ਸੁੰਦਰ ਡਾਲਾਂ ਵੀ ਲੱਗੀਆਂ ਹੋਣ, ਪੱਤੇ ਵੀ ਬੜੇ ਸੋਹਣੇ ਹੋਣ, ਫੁੱਲ ਵੀ ਨਿਕਲੇ ਹੋਣ, ਲੇਕਿਨ ਫਲ ਤੋਂ ਵਾਂਝਾ ਰਹਿ ਗਿਆ ਹੋਵੇ। तो पत्नी का रिश्ता, पति का रिश्ता, इसकी भी अपनी अहमियत है, खासियत है। लेकिन इन्हां सारियां रिश्तियां दी होंद दे कोई मित्र नहीं है, दोस्त नहीं है। ये गल वखरी है कि जिसने अपने जीवन विच कदी जिगरी दोस्त बनाया नहीं, दिल दा मित्र बनाया नहीं, शायद वो मित्रता दे रिश्ते नूं ना समझे। कुछ ऐसियां गल्लां ने मनुख मां नूं नहीं कह सकदा, प्यो नूं भी नहीं कह सकदा, शायद वो किताब भरा दे सामने भी खोल ना सके, शायद वो वर्के अपनी बहन दे सामने भी पढ़ नहीं सकदा, शायद वो गुंझल वो अपनी पत्नी दे सामने भी ना खोल सके, पति दे सामने भी ना खोल सके।
तो कोई सहेली चाहिदी है, कोई मित्र चाहिदा है। और वाकई ऐसा देखण दे च आया है कि जिसनों जिगरी दोस्त दिल दा मित्र नहीं लभ्या, ਉਹਦੇ ਅੰਦਰ ਇੱਕ ਐਸੀ ਗੰਢ ਕਸੀ ਰਹਿੰਦੀ ਹੈ ਜਿਹਨੂੰ ਉਸਨੂੰ ਖੋਲਣ ਦਾ ਮੌਕਾ ਹੀ ਨਹੀਂ ਮਿਲਿਆ, ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ, ਕੁਝ ਦੱਸਣ ਦਾ ਮੌਕਾ ਹੀ ਨਹੀਂ ਮਿਲਿਆ, ਔਰ ਉਸ ਗੰਢ ਦੇ ਵਿੱਚ ਕੁਝ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ। ਐਸਾ ਮਿੱਤਰ ਨਹੀਂ ਮਿਲਿਆ ਜਿਸ ਦੇ ਕੋਲੋਂ ਕੁਝ ਸੁਣ ਕੇ ਆਪਣੇ ਉਸ ਗਠੜੀ 'ਚ ਪਾਉਂਦਾ ਤੇ ਆਪਣੀ ਗਠੜੀ ਦੇ ਚੋਂ ਉਸ ਨੂੰ ਜੋ ਹੈ ਕੁਝ ਦਿੰਦਾ, ਇਸ ਤਰੀਕੇ ਦਾ ਆਦਾਨ ਪ੍ਰਦਾਨ ਕਰਦਾ। ਅਨੰਤ ਰਿਸ਼ਤਿਆਂ ਦੇ ਚੋਂ ਮਿੱਤਰ ਦੀ ਆਪਣੀ ਖਾਸੀਅਤ ਹੈ, ਆਪਣੀ ਅਹਿਮੀਅਤ ਹੈ। ਇਹੀ ਕਾਰਨ ਹੈ ਕਿ ਭਗਤਾਂ ਨੇ ਇਹ ਸਾਰੇ ਰਿਸ਼ਤੇ ਪ੍ਰਭੂ ਨਾਲ ਜੋੜੇ, ਪਰਮਾਤਮਾ ਨਾਲ ਜੋੜੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਿਧਰੇ ਉਸ ਅਕਾਲ ਪੁਰਖ ਨੂੰ ਪਿਤਾ ਕਹਿੰਦੇ ਨੇ, ਮਾਤਾ ਕਹਿੰਦੇ ਨੇ, ਭਰਾਤਾ ਕਹਿੰਦੇ ਨੇ, ਸਹੋਦਰ ਕਹਿੰਦੇ ਨੇ, ਤਾਂ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਮਿੱਤਰ ਕਹਿ ਰਹੇ ਨੇ। ਮਿੱਤਰ ਲਈ ਫਾਰਸੀ ਦੇ ਸ਼ਬਦ ਹੈ ਯਾਰ। ਸਾਹਿਬ ਤੇ ਖੁੱਲੇ ਰੂਪ ਵਿੱਚ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋਜੰਤੀਆ। ਯਾਰ ਵੇ ਪ੍ਰੇ ਹੱਬੇ ਸਖੀਆਂ, ਮੂੰਹ ਕਹੀ ਨਾ ਜਈਆਂ। ਉਸ ਪਰਿਪੂਰਨ ਪਰਮਾਤਮਾ ਨੂੰ ਬਾਰ-ਬਾਰ ਯਾਰ ਦੇ ਰੂਪ ਦੇ ਵਿੱਚ ਮੁਖਾਤਬ ਕਰਨਾ ਜਾਪਦਾ ਹੈ। ਇਸ ਰਿਸ਼ਤੇ ਦੀ ਵੀ ਆਪਣੀ ਅਹਿਮੀਅਤ ਹੈ, ਆਪਣੀ ਖਾਸੀਅਤ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਮਿੱਤਰ ਘਨੇਰੇ ਕਰ ਥਕੀ, ਮੇਰਾ ਦੁੱਖ ਕਾਟੇ ਕੋਏ। ਮਿੱਤਰ ਤੇ ਬਹੁਤ ਕੀਤੇ। ਕਹਿੰਦੇ ਨੇ ਮਿੱਤਰ ਕਹਿੰਦੇ ਹੀ ਉਸ ਨੂੰ ਨੇ ਜੋ ਦਿਲ ਦੀ ਗੱਲ, ਦਿਲ ਦਾ ਰਾਜ਼ ਸੁਣ ਸਕੇ ਤੇ ਆਪਣੇ ਦਿਲ ਦੇ ਸਮੋ ਸਕੇ ਤੇ ਉਸ ਦਿਲ ਦੇ ਜ਼ਖਮ ਦੀ ਕੋਈ ਮਰਮ ਲੱਭ ਸਕੇ, ਕੋਈ ਦਵਾ ਲੱਭ ਸਕੇ। ਇਸ ਵਾਸਤੇ ਮਿੱਤਰ ਦੀ ਲੋੜ ਹੈ। ਭਗਤ ਕਬੀਰ ਜੀ ਮਹਾਰਾਜ ਦਾ ਕਹਿਣਾ ਹੈ, ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਹਿੰਦਾ ਮੈਂ ਠੋਕ ਵਜਾ ਕੇ ਹਰ ਇੱਕ ਦਾ ਬੂਆ ਵੇਖ ਲਿਆ। ਹਰ ਇੱਕ ਮਨੁੱਖ ਆਪਣੀ ਗੱਲ ਸੁਣਾਉਣਾ ਤੇ ਚਾਹੁੰਦਾ ਹੈ, ਮੇਰੀ ਸੁਣਨਾ ਨਹੀਂ ਚਾਹੁੰਦਾ, ਮੇਰੇ ਨਾਲ ਸਾਂਝ ਨਹੀਂ ਪਾਉਣਾ ਚਾਹੁੰਦਾ। ਦਰਅਸਲ ਦੁੱਖ ਸੁਣਾਉਣਾ ਆਸਾਨ ਹੈ, ਪਰ ਕਿਸੇ ਦਾ ਦੁੱਖ ਸੁਣਨਾ ਔਖਾ ਹੈ। ਉਹਦੇ ਲਈ ਬੜਾ ਵੱਡਾ ਜਿਗਰਾ ਚਾਹੀਦਾ ਹੈ, ਖੁੱਲਾ ਜਿਗਰਾ ਚਾਹੀਦਾ ਹੈ ਕਿਸੇ ਦਾ ਦੁੱਖ ਸੁਣਨ ਲਈ। ਅਕਸਰ ਤੇ ਅਸੀਂ ਸੰਸਾਰ ਦੇ ਵਿੱਚ ਐਸਾ ਦੇਖਦੇ ਹਾਂ ਕਿ ਕਿਸੇ ਇੱਕ ਦੁੱਖ ਦਾ ਜ਼ਿਕਰ ਕਿਸੇ ਦੇ ਅੱਗੋਂ ਕਰੀਏ, ਉਹ 100 ਦੁੱਖ ਦਾ ਜ਼ਿਕਰ ਕਰਨ ਲੱਗ ਪੈਂਦਾ ਹੈ। ਅਸੀਂ 5 ਦੁੱਖ ਆਪਣੇ ਫੋਲ ਕੇ ਰੱਖੀਏ, ਉਹ ਹਜ਼ਾਰਾਂ ਅੱਗੇ ਖੋਲ ਕੇ ਰੱਖ ਦਿੰਦਾ ਹੈ। ਕਿਸ ਪੇ ਖੋਲੋਂ ਗੰਠੜੀ, ਦੁਖੀ ਭਰ ਆਇਆ। ਮੈਂ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲਾਂ, ਕਿਉਂਕਿ ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਹੈ। ਤੋ ਸਤਿਗੁਰ ਦੀ ਬਾਣੀ ਦਾ ਫੈਸਲਾ, ਦੁੱਖ ਤਿਸੇ ਪੇ ਆਖੀਏ, ਸੁਖ ਜਿਸੇ ਹੀ ਪਾਸ। ਆਪਣੇ ਦੁੱਖਾਂ ਦੀ ਪੰਡ ਉਸਦੇ ਅੱਗੋਂ ਖੋਲ ਜੋ ਤੇਰੇ ਅੱਗੋਂ ਦੁੱਖਾਂ ਦੀ ਪੰਡ ਨਹੀਂ ਖੋਲਦਾ, ਬਲਕਿ ਤੇਰੇ ਸਾਰੇ ਦੁੱਖ ਲੈ ਲੈਂਦਾ ਹੈ, ਆਪਣੀ ਗੰਢ ਦੇ ਚ ਪਾ ਲੈਂਦਾ ਹੈ, ਆਪਣੀ ਗਠੜੀ ਦੇ ਚ ਪਾ ਲੈਂਦਾ ਹੈ, ਔਰ ਤੇਰੀ ਜੀਵਨ ਦੀ ਗਠੜੀ ਨੂੰ ਸੁੱਖਾਂ ਨਾਲ ਭਰ ਦਿੰਦਾ ਹੈ, ਆਨੰਦ ਨਾਲ ਭਰ ਦਿੰਦਾ ਹੈ। ਤੋ ਸਤਿਗੁਰ ਇਸ ਪਾਵਨ ਸ਼ਲੋਕ ਵਿੱਚ ਕਹਿ ਰਹੇ ਨੇ, ਹਰ ਲਬਦੋ ਮਿੱਤਰ ਸੁਮਿੱਤੋ। ਮੈਂ ਲੱਭਿਆ ਮਿੱਤਰਾਂ ਦੇ ਚੋਂ ਮਹਾਨ ਮਿੱਤਰ, ਸਿਰਮੌਰ ਮਿੱਤਰ, ਵਿਦਾਰਣ ਕਦੇ ਨਾ ਚਿੱਤੋ। ਜਿਸਨੇ ਮੇਰੇ ਦਿਲ ਦੀ ਕਦੀ ਦਿਲ ਸ਼ਿਕਨੀ ਨਹੀਂ ਕੀਤੀ, ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਵਿਦਾਰਣ ਤੋੜਨਾ, ਉਹ ਮਿੱਤਰ ਹੀ ਕੀ ਜਿਹੜਾ ਦਿਲ ਤੋੜ ਦੇਵੇ। ਤੇ ਦਿਲ ਦੇ ਟੁੱਟਦਿਆਂ ਹੀ ਮਿੱਤਰਤਾ ਰਹਿੰਦੀ ਕਿੱਥੇ, ਦੋਸਤੀ ਰਹਿੰਦੀ ਕਿੱਥੇ।
दरअसल दोस्ती मित्रता खून ਦਾ ਰਿਸ਼ਤਾ ਨਹੀਂ ਹੈ, ਭਾਸ਼ਾ ਦਾ ਰਿਸ਼ਤਾ ਨਹੀਂ ਹੈ, ਮੁਲਕ ਦਾ ਰਿਸ਼ਤਾ ਨਹੀਂ ਹੈ, ਜ਼ਾਤ ਪਾਤ ਤੇ ਮਜ਼ਹਬ ਦਾ ਰਿਸ਼ਤਾ ਵੀ ਨਹੀਂ ਹੈ। ਦੋਸਤੀ ਤੇ ਹੈ ਹੀ ਦਿਲ ਦਾ ਰਿਸ਼ਤਾ, ਮਿੱਤਰਤਾ ਤੇ ਹੈ ਹੀ ਦਿਲ ਦਾ ਰਿਸ਼ਤਾ। ਤੇ ਫਿਰ ਦਿਲ ਹੀ ਟੁੱਟ ਗਿਆ ਤੇ ਮਿੱਤਰਤਾ ਕਾਦੀ, ਦੋਸਤੀ ਕਾਦੀ। तो साहिब कहते मैं ऐसा दोस्त बनाया है, ऐसा मित्र बनाया है, जिसने मेरी कदी दिल शिकनी नहीं की थी, जिसने मेरा कदे दिल नहीं तोड़िया। बिदारण कदे न चित्तो जाका अस्थल तोल अमितो। साहिब कहते जिसका अस्थान इतना वड्डा है, ना तोलिया जा सकता है, ना नापिया जा सकता है। बड़ा वड्डा उसका अस्थान, उसका टिकाणा, जिसनों मनुखी बने हुए पैमानिਆਂ ਨਾਲ नापना, तोलना, गिनना अति कठिन, अति कठिन। तो जांका अस्थल तोल अमितो, सोई नानक सखा जी संग कितो। मैं उसनों ही अपने जीवन का सखा बनाया, मैं उसनों ही अपना मित्र बनाया, और उसने भी मेरी मित्रता कबूल कर ली है, जिसने अज तक मेरा दिल नहीं तोड़िया, बल्कि मेरे जख्मां नूं मरम लगाया है, दवा कीती है, और मैनू सुख ते आनंद प्रदान किया है। अप जसंग मिटंत सतपुत्र है, सिमर तब हृदय गुर मंत्र ने। साहिब श्री गुरु अर्जन देव जी महाराज का इत्थे फरमान, किसी घर दे कोई कलंक होवे, अपजस होवे। अपजस ते कलंक दे अनेकां कारण हो सकते ने, किसी भी कारण करके कोई कलंक होवे, अपजस होवे, समुचे शहर दे गली महल्ले दे हर एक दी रसना ते अपजस होवे, हर एक दी रसना दे ते उस कलंक दी चर्चा होवे। पर महाराज कहंदे ने उस दौरान अगर घर दे सतवादी पुत्र पैदा हो जाए, सत नूं समझण वाला, सत नूं प्रगट करन वाला, सत दे च जीण वाला, तो साहिब कहंदे घर दा कलंक मिट जांदा है, घर दा अपजस धुल जांदा है, घर दे सारे कलंक नूं वो धो के रख दिंदा है, घर दे सारे अपजस नूं वो मिटा के रख दिंदा है। एक उदाहरण है, एक प्रमाण है, और यह भी हकीकत है कि साडे देश दे संत जन आद काल तो कहंदे रहे ने, ऐ जननी अगर तू जन्म देना है तो इन्हां तीन पुत्रां दे चों ही किसी एक नूं जन्म देवीं, तीन सुभावां वाले पुत्रां दे चों ही किसी एक नूं या तिन्नां नूं जन्म देवीं। जननी जने तां भगत जन, कह दाता कह सूर, नहीं तां जननी बांझ रहे, काहे गवावे नूर। जन्म देना है तो ऐसे भगत नूं जन्म दे जो भावना नाल भरे होया होवे। हुण कुदरती गल है, अगर मां दा हिरदा भावना नाल भरिया होया नहीं है तो मुश्किल है उस धरती दे चों किसी भगत दा जन्म होना। सारी सत्या उस मिट्टी ने देनी है, सारा जीवन उस मिट्टी ने देना है। दरखत नूं ते दरखत दा आधार भी उस मिट्टी ने बनना है, पर मिट्टी च खासियत चाहिदी है। देखते हैं किसी किसी थां दी मिट्टी ऐसी है कि वह बीजां दे च बड़ा रस पा देंदी है, स्वाद पा देंदी है, और लोकी हैरान होके कहंदे ने बीज ते ओही ने, पर इत्थे बोए ने उन्हां च इतनी मिठास, इतना स्वाद, इतना सुअपण। तो बीज की अपनी खासियत हो सकती है, पर धरती की भी अपनी महानता है, धरती का भी अपना गुण है। अनेकों तजर्बे इस ते कीते गए ने कि एक इलाके दे मिठे फल जद उन्हां दा बीज दूसरे इलाके च लगाया गया, वो मिठास नहीं प्राप्त हुई, वो स्वाद नहीं प्राप्त हो सकिया। कारण जद बीज होई सन तो फिर क्यों नहीं स्वाद प्राप्त हो सकिया? इस वास्ते कि मिट्टी धरती खास नहीं सी, पिता खास है, मां खास नहीं। तां जिस तरह का बालक होना चाहिए वैसा नहीं हो सकेगा, या मां महान है, पिता ही नहीं।
ਤਾਂ ਵੀ ਕਮੀ ਰਹਿ ਜਾਏਗੀ। कितनी चंगी धरती क्यों ना होवे, कितनी महान धरती क्यों ना होवे, पर बीज ही किसी हद तक कमजोर सी, खास नहीं सी, अहमियत नहीं सी। ये परिपूर्ण परमात्मा दा ऐसा नियम, बीज भी खास होवे, धरती भी खास होवे, तां जाके किधरे गल बनदी है। लेकिन इस दे विच ऐसा भी देखने दी चाया है कि बीज अगर मामूली जी खासियत भी रखता है, बहुत ज्यादा नहीं, पर जे धरती किधरे उसनों महान मिल जाए तो वह बीज बड़ा महान वृक्ष बनता है और जगत नूं बहुत स्वाद ते रसदायक फल देंदा है। ऐसे अनेकां उदाहरण मिलते हैं। हरनाखश ते दुष्ट जालम सी, पर उसकी पत्नी रोम रोम राम दा सिमरन करदी सी। उसकी कुख तो ही प्रहलाद का जन्म होया है। जे देखिए बीज नूं ते खास नहीं है, मामूली है, पर देखिए धरती नूं इतनी महान कि उसने बीज दे चों जिहड़ा वृक्ष पैदा किया है, अज तक भी धार्मिक दुनिया दे चों छां दे रहा है, रस वंड रहा है, स्वाद दे रहा है। तो आदि काल तो साडे संत जन कहते रहे ने, ऐ मां तू जन्म देना है तां ऐसे बालक नूं जन्म दे जो भावना नाल भरिया होवे, भगत नूं जन्म दे। जननी जने तां भगत जन, ते जे भगत नहीं पैदा कर सकदी तां कम से कम दानी। फराग दिल मां ही किसी दानी नूं जन्म दे सकदी है, शोम मां नहीं। उंज भी गुरबाणी का फैसला है, शोम मनुख किरपन बंदा, धन का चौकीदार जरूर है, रखवाला जरूर है, धन का मालिक नहीं है। सूमे धन राखन को दिया, मुगद कहे धन मेरा। सूमे धन राखन को दिया, शोम नूं ते धन सिर्फ रखण वास्ते दिता है। शोम उसका रखवाला है, चौकीदार है, पहरेदार है, मालिक नहीं है। उन्होंने वरत नहीं सकता, उस तो सुख नहीं ले सकता, अपने परिवार नूं भी सुख नहीं दे सकता, खुद भी आराम नहीं ले सकता। तो फिर धन का चौकीदार है, और की है? धन है संसारिक सहूलतां प्राप्त करने लई, ते जिन्हां जिन्हां नूं ये सहूलतां प्राप्त नहीं होईयां, अपनी तौफीक के मुताबिक ये सहूलतां उन्हां नूं देणियां। इस तरह का बंदे नूं दाता कहंदे ने, फराग दिल कहंदे ने। ईरान का सूफी फकीर जनाब शेख सादी साहब का तो यह कहना है, तवंगरी बादिलस्त न के बमाल। अमीरी किसी दे माल असबाब तो नहीं नापनी चाहिए कि इसदे कोल महल कितना वड्डा है, इहदे कोल धन कितना है, इहदे कोल भूमि कितनी है, इहदे कोल पदार्थ कितने ने। कहंदा ये धनवान होण दी निशानी नहीं है, वेखना उहदा दिल कितना क वड्डा है, उहदे कोल फराग दिली कितनी है। अणहोंदा आप वंडाए कोई ऐसा भगत सदा है। बाबा फरीद कहंदे ने, है अद्धा पूरा उसदे कोल भी नहीं है, भुख उसदे कोल पूरी है, पर रोटी उसदे कोल अद्धी है। पर गजब दी गल, अद्धी दे चों भी अद्धी वंड दित्ती, किसे भुखे नूं दे दित्ती। बाबा फरीद कहंदे ने, अणहोंदा आप वंडाए कोई ऐसा भगत सदा है। कोई ऐसा भगत जगत दे जो है मिले जिसका अपना ही अद्धा पेट भरिया है, पूरा पेट भरिया ही नहीं, फिर भी अद्धे विचों अद्धा जो है दे देता है। तो तवंगरी बा दिलस्त न के बा माल। अमीरी माल असबाब तो नहीं है, धन संपदा तो नहीं है, दिल तो है, फराग दिली तो है। तो संत जन कहते ने, ऐ मां भगत नहीं पैदा कर सकी ते कम से कम दानी पैदा कर, दाता पैदा कर। पर जे किधरे तू दाता भी नहीं पैदा कर सकी तो फिर सूरबीर पैदा कर, सूरमा पैदा कर। सूरबीर वो है कि हर थां ते कमजोर दे पक्ष दे खड़ा हो जाए, बस उसनों सूरबीर कहते हैं। थां थां ते एक दूजे की पग लांदा फिरे ते लड़दा फिरे ते उस लड़ाई दे जित हासिल करदा रहे,
ਉਹਨੂੰ ਜ਼ਾਲਮ ਆਖਿਆ ਜਾ ਸਕਦਾ, ਸੂਰਬੀਰ ਨਹੀਂ। ਸੂਰਬੀਰ ਉਹ ਕਿ ਜਿੱਥੇ ਦੇਖੇ ਇਹ ਕਮਜ਼ੋਰ ਹੈ, ਲਿਤਾੜਿਆ ਜਾ ਰਿਹਾ ਹੈ, ਉਹਦੇ ਪੱਖ ਦੇ ਵਿੱਚ ਖੜਾ ਹੋ ਜਾਏ, ਉਸਦੀ ਬਾਵਾਂ ਦੀ ਹਿਫਾਜ਼ਤ ਕਰੇ, ਉਹਦੀ ਜਾਨ ਦੀ ਹਿਫਾਜ਼ਤ ਦੀ ਖਾਤਰ ਆਪਣੀ ਜਾਨ ਤੱਕ ਦੇ ਦੇਵੇ। ਜੈਸੇ ਕਿ ਇਤਿਹਾਸ ਗਵਾਹ ਹੈ, ਕਸ਼ਮੀਰ ਦੇ ਬ੍ਰਾਹਮਣਾਂ ਦੀ ਬਾਂਹ ਕਮਜ਼ੋਰ ਹੋ ਗਈ, ਉਹ ਬਾਂਹ ਫੈਲਾ ਕੇ ਆਏ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ। ਸਾਹਿਬਾਂ ਨੇ ਉਹ ਕਮਜ਼ੋਰ ਬਾਂਹ ਪਕੜ ਲਈ ਔਰ ਆਖਿਆ, ਮੈਂ ਆਪਣੀ ਜਾਨ ਦੇ ਦਿਆਂਗਾ, ਇਹ ਬਾਂਹ ਨਹੀਂ ਛੋੜਾਂਗਾ। ਆਪ ਦੇ ਨਾਲ ਇੱਕ ਵਾਕ ਜੁੜ ਗਿਆ, ਬਾਹਾਂ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹਾਂ ਨਾ ਛੋੜੀਏ। ਮੈਂ ਜਾਨ ਤੇ ਦੇ ਸਕਦਾ, ਸਿਰ ਤੇ ਦੇ ਸਕਦਾ, ਇਹ ਬਾਂਹ ਨਹੀਂ ਛੋੜ ਸਕਦਾ। ਇਸ ਬਾਂਹ ਨਾਲ ਹੁਣ ਮੇਰੀ ਬਾਂਹ ਜੁੜ ਗਈ ਹੈ, ਇਹ ਬਾਂਹ ਤੇ ਮੇਰੀ ਬਾਂਹ ਹੁਣ ਇੱਕ ਮਿੱਕ। ਇਤਿਹਾਸ ਗਵਾਹ ਹੈ, ਕਿਸੇ ਨੇ ਆਪਣਾ ਸਿਰ ਦੇ ਕੇ ਇਸ ਦੇਸ਼ ਦੀਆਂ ਕਮਜ਼ੋਰ ਬਾਹਾਂ ਨੂੰ ਮਜ਼ਬੂਤ ਕੀਤਾ, ਮਹਾਨ ਕੀਤਾ। ਤਾਂ ਸੂਰਬੀਰ ਉਹ ਜੋ ਕਮਜ਼ੋਰ ਦੇ ਪੱਖ ਦੇ ਵਿੱਚ ਖੜਾ ਹੋ ਜਾਏ, ਦਾਨੀ ਜੋ ਲੋੜਵੰਦ ਦੀ ਲੋੜ ਪੂਰੀ ਕਰ ਦੇਵੇ, ਭਗਤ ਜਿਹਦਾ ਹਿਰਦਾ ਭਾਵਨਾ ਨਾਲ ਭਰਿਆ ਰਹੇ। ਤੋ ਧਾਰਮਿਕ ਪੁਰਸ਼ ਕਹਿੰਦੇ ਨੇ, ਐ ਮਾਂ, ਐ ਜਨਨੀ, ਨਾ ਤੂੰ ਭਗਤ ਪੈਦਾ ਕਰ ਸਕੀ, ਨਾ ਤੂੰ ਦਾਨੀ ਪੈਦਾ ਕਰ ਸਕੀ, ਨਾ ਤੂੰ ਸੂਰਬੀਰ ਪੈਦਾ ਕਰ ਸਕੀ, ਖਾਮਾ ਖਾ ਆਪਣਾ ਤਨ ਦਾ ਨੂਰ ਗਵਾਇਆ, ਤਨ ਦੀ ਸਤਿਆ ਗਵਾਈ, ਐਵੇਂ ਫਿਜ਼ੂਲ ਬੱਚੇ ਪੈਦਾ ਕਰਕੇ, ਧਰਤੀ ਦਾ ਬੋਝ ਪੈਦਾ ਕਰਕੇ। ਹਿਰਦੇ ਰਾਮ ਨੇ ਤੇ ਸਾਫ਼ ਕਹਿ ਦਿੱਤਾ ਹੈ, ਪ੍ਰੇਮ ਸੋਨੀਰ ਬਹਿ ਜਸ ਗਾਵਤ ਨਾਚਤ ਦੇਵ ਚਲੇ ਸਭ ਅੰਗਾ, ਕਹਿ ਖਗ ਗੈ ਰਣ में भली बिद सो लहू सुघाव चले अरधंगा। ऐ मां, ऐसा लाल, ऐसा पुੱਤ ਆਪਣੀ ਕੁੱਖ ਤੋਂ ਜਨਮ ਦੇ ਕਿ ਪ੍ਰਮਾਤਮਾ ਦਾ ਨਾਮ ਸੁਣੇ ਤੇ ਰੋਮ ਰੋਮ ਦੇ ਝਰਨਾਟ ਵੱਜ ਜਾਏ ਔਰ ਉਸਦੇ ਨੇਤਰ ਸੱਜਲ ਹੋ ਜਾਣ। ਇਤਨਾ ਕੋਮਲ ਹਿਰਦੇ ਦਾ ਪੈਦਾ ਕਰ, ਤੇ ਜੇ ਤੂੰ ਇਤਨਾ ਕੋਮਲ ਨਹੀਂ ਪੈਦਾ ਕਰ ਸਕਦੀ ਤਾਂ ਫਿਰ ਐਸਾ ਸਖਤ ਪੈਦਾ ਕਰ ਕਿ ਰਣ ਭੂਮੀ ਦੇ ਵਿੱਚ ਸੱਚ ਦੀ ਖਾਤਰ ਲੜਦਿਆਂ ਲੜਦਿਆਂ ਉਹਦੇ ਸੈਂਕੜੇ ਟੁਕੜੇ ਹੋ ਜਾਣ ਤਾਂ ਵੀ ਹਾਰ ਨਾ ਮੰਨੇ, ਰੋਮ ਰੋਮ ਜ਼ਖਮੀ ਹੋਵੇ ਤਾਂ ਵੀ ਉਸਦੀ ਸੂਰਬੀਰਤਾ ਨੂੰ ਦਾਗ ਨਾ ਲਗੇ। ਐਸਾ ਸੂਰਬੀਰ ਪੈਦਾ ਕਰ। ਕਹਿ ਖਗ ਮੈਂ ਰਣ में भली बिद सो लहू सो घाव चले अरधंगा, विद दोए पूत जने जननी जग और सबे सुत कीट पतंगा। बस ਇਹੀ ਤੇ ਪੁੱਤਰ ਹੋਣਗੇ, ਕੋਈ ਸੂਰਬੀਰ ਹੋਵੇ, ਦਾਤਾ ਹੋਵੇ, ਦਾਨੀ ਹੋਵੇ। ਮਾਂ, ਇਸ ਤੋਂ ਬਾਅਦ ਅਗਰ ਤੂੰ ਜੋ ਕੁਛ ਵੀ ਪੈਦਾ ਕਰੇਂਗੀ ਉਹ ਕੀੜੇ ਮਕੌੜਿਆਂ ਤੋਂ ਜ਼ਿਆਦਾ ਕੁਛ ਨਹੀਂ ਹੋਣਗੇ, ਸਿਰਫ ਕੀੜੇ ਮਕੌੜੇ, ਧਰਤੀ ਦਾ ਬੋਝ, ਧਰਤੀ ਦਾ ਭਾਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਸਾਫ਼ ਕਹਿ ਦਿੱਤਾ ਹੈ, ਜਿਨ ਹਰ ਹਿਰਦੇ ਨਾਮ ਨ ਬਸਿਓ, ਤਿਨ ਮੌਤ ਕੀਜੇ ਹਰ ਬਾਂਝਾ। ਤਿਨ ਸੁਣੀ ਦੇ ਫਿਰੇ ਬਿਨ ਨਾਵੇਂ, ਓਏ ਖਪ ਖਪ ਮੋਏ ਕਰਾਂ ਜਾ। तो मुख्तसर साहिब श्री गुरु अर्जन देव जी महाराज फरमान कर रहे ने, अगर कोई सत्यवादी पुत्र घर विच पैदा हो जाए तो भगत सत्यवादी है, दानी सत्यवादी है और सूरबीर सत्यवादी है, सत दा पक्ष लेंदा है। इस तरह का कोई पैदा हो जाए तो घर दे कलंक धुल जाते ने, घर का अपजस मिट जाता है। अपजसंग मिटंत सत पुत्र है, ਸਿਮਰ ਤਬ ਹਿਰਦੈ ਗੁਰ ਮੰਤਰਣ ਹੈ। ਜਿਸ ਤਰ੍ਹਾਂ ਘਰ ਦਾ ਕਲੰਕ ਇੱਕ ਸਤਵਾਦੀ ਪੁੱਤਰ ਧੋ ਦਿੰਦਾ ਹੈ, ਤਿਵੇਂ ਗੁਰਮੰਤਰ ਦਾ ਜਾਪ, ਪ੍ਰਭੂ ਦੇ ਮੰਤਰ ਦਾ ਜਾਪ ਹਿਰਦੇ ਦੇ ਸਾਰੇ ਪਾਪ ਧੋ ਦਿੰਦਾ ਹੈ, ਹਿਰਦੇ ਦੇ ਸਾਰੇ ਕਲੇਸ਼ ਧੋ ਦਿੰਦਾ ਹੈ, ਹਿਰਦੇ ਦੇ ਸਾਰੇ ਦੁੱਖ ਮਿਟਾ ਦਿੰਦਾ ਹੈ। ਪ੍ਰੀਤਮ ਭਗਵਾਨ ਅਚੁੱਤ, ਨਾਨਕ ਸੰਸਾਰ ਸਾਗਰ ਤਾਰਣੇ। ਜਪ ਕਰਦਿਆਂ ਮੰਤਰ ਦੇ ਜਾਪ ਦੁਆਰਾ ਉਹ ਪ੍ਰੀਤਮ, ਉਹ ਪਰਿਪੂਰਨ ਪ੍ਰਮਾਤਮਾ ਭਗਵਾਨ ਅਬਨਾਸ਼ੀ ਉਸ ਜਪਣ ਵਾਲੇ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ, ਕੋਈ ਦੁੱਖ ਉਸ ਨੂੰ ਵਿਆਪਦਾ ਨਹੀਂ। ਮਰਣੰ ਬਿਸਰਣੰ ਗੋਵਿੰਦੇ, ਜੀਵਨੰ ਹਰ ਨਾਮ ਧਿਆਵਣੇ। ਲਭਣੰ ਸਾਧ ਸੰਗੇਣ ਨਾਨਕ, ਹਰ ਪੂਰਬ ਲਿਖਣੇ। ਸਰੀਰ ਦੇ ਜੋ ਸਵਾਸ ਚੱਲ ਰਹੇ ਨੇ
ਇਸ ਨੂੰ ਜ਼ਿੰਦਗੀ ਆਖਦੇ ਨੇ, ਤੇ ਚੱਲਦੇ ਹੋਏ ਸਵਾਸ ਜੇ ਕਿਧਰੇ ਰੁਕ ਜਾਣ ਤੇ ਇਸ ਨੂੰ ਹੀ ਮੌਤ ਆਖਦੇ ਨੇ। ਪਰ ਇਹ ਸਰੀਰਕ ਜੀਵਨ ਹੈ, ਸਰੀਰਕ ਮੌਤ ਹੈ। ਅਧਿਆਤਮਕ ਜੀਵਨ ਕਿਸੇ ਹੋਰ ਗਤੀ ਤੇ ਖੜਾ ਹੈ ਔਰ ਉਸ ਗਤੀ ਦੇ ਰੁਕਦਿਆਂ ਅਧਿਆਤਮਕ ਮੌਤ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ, ਮਰਣੰ ਬਿਸਰਣੰ ਗੋਬਿੰਦੇ, ਜੀਵਣੰ ਹਰ ਨਾਮ ਧਿਆਵਣੇ। ਸਵਾਸ ਚੱਲਦੇ ਰਹਿਣ, ਸਰੀਰ ਦੀ ਜ਼ਿੰਦਗੀ ਹੈ। ਸਿਮਰਨ ਚੱਲਦਾ ਰਹੇ, ਯਾਦ ਚਲਦੀ ਰਹੇ ਤਾਂ ਰੂਹਾਨੀ ਜ਼ਿੰਦਗੀ ਹੈ, ਅਧਿਆਤਮਕ ਜੀਵਨ ਹੈ। ਮਰਣੰ ਬਿਸਰਣੰ ਗੋਬਿੰਦੇ, ਜਿਹਨੂੰ ਗੋਬਿੰਦ ਭੁੱਲ ਗਿਆ ਸਮਝ ਲਓ ਮੌਤ ਹੈ ਤੇ ਮਰ ਗਿਆ। ਇਹੀ ਮੌਤ ਹੈ। ਕਿਹੜੀ? ਰੂਹਾਨੀ ਮੌਤ। ਔਰ ਰੂਹਾਨੀ ਮੌਤ ਅਗਰ ਕਿਸੇ ਦੀ ਹੋ ਗਈ ਹੈ, ਅਧਿਆਤਮਕ ਮੌਤ ਕਿਸੇ ਦੀ ਹੋ ਗਈ ਹੈ, ਤਾਂ ਬਾਕੀ ਦਾ ਜੀਵਨ ਇੱਕ ਬੋਝ ਹੋਵੇਗਾ। ਚਾਹੇ ਉਹ ਸਰੀਰਕ ਜੀਵਨ ਹੈ, ਆਰਥਿਕ ਜੀਵਨ ਹੈ, ਰਾਜਨੈਤਿਕ ਜੀਵਨ ਹੈ, ਪਰਿਵਾਰਕ ਜੀਵਨ ਹੈ, ਸਾਰੇ ਦਾ ਸਾਰਾ ਉਸ ਮਨੁੱਖ ਲਈ ਬੋਝ ਹੋਵੇਗਾ ਅਗਰ ਉਸ ਕੋਲ ਰੂਹਾਨੀ ਜੀਵਨ ਨਹੀਂ ਹੈ, ਅਗਰ ਉਸ ਦੇ ਕੋਲ ਅਧਿਆਤਮਕ ਜੀਵਨ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਸਰੀਰਕ ਮੌਤ ਹੋ ਜਾਏ ਤਾਂ ਫਿਰ ਉਸੇ ਸਰੀਰ ਨੂੰ ਜੀਵਿਤ ਕਰਨਾ ਕਠਿਨ ਹੈ, ਬਹੁਤ ਕਠਿਨ ਹੈ। ਪਰ ਰੂਹਾਨੀ ਮੌਤ ਹੋ ਜਾਏ, ਅਧਿਆਤਮਕ ਮੌਤ ਹੋ ਜਾਏ, ਇਸ ਮੌਤ ਨੂੰ ਫਿਰ ਜ਼ਿੰਦਗੀ ਦਿੱਤੀ ਜਾ ਸਕਦੀ ਹੈ, ਫਿਰ ਜੀਵਨ ਦਿੱਤਾ ਜਾ ਸਕਦਾ ਹੈ। ਮਰਣੰ ਬਿਸਰਣੰ ਗੋਬਿੰਦੇ, ਜੀਵਣੰ ਹਰ ਨਾਮ ਧਿਆਵਣੇ। ਅਗਰ ਹਰੀ ਨਾਮ ਦੇ ਧਿਆਨ ਜੋੜਿਆ ਜਾਏ, ਸਿਮਰਨ ਦਾ ਹਿੱਸਾ ਬਣਾ ਲਿਆ ਜਾਏ, ਰਸਨਾ ਦੁਆਰਾ ਉਸ ਦਾ ਜਾਪ ਜਾਰੀ ਰਹੇ, ਤਾਂ ਸਾਹਿਬ ਕਹਿੰਦੇ ਨੇ ਫਿਰ ਇਹ ਜੀਵਨ ਪ੍ਰਾਪਤ ਹੋ ਜਾਂਦਾ ਹੈ। ਫਿਰ ਇਹ ਅਗੰਮੀ ਜੀਵਨ, ਰਸਦਾਇਕ ਜੀਵਨ ਉਸ ਨੂੰ ਪ੍ਰਾਪਤ ਹੋ ਸਕਦਾ ਹੈ। ਤੋ ਰਸਨਾ ਜਪ ਕਰੇ, ਇਸ ਜੀਵਨ ਦੀ ਪ੍ਰਾਪਤੀ ਹੋਵੇ। ਆਖਿਰ ਕੋਈ ਥਾਂ, ਕੋਈ ਸਾਧਨ, ਕੋਈ ਵਸੀਲਾ, ਤੋ ਸਾਹਿਬ ਕਹਿੰਦੇ ਨੇ ਹਾਂ ਵਸੀਲਾ ਵੀ ਹੈ, ਸਾਧਨ ਵੀ ਹੈ। ਲਭਣੰ ਸਾਧ ਸੰਗੇਣ ਨਾਨਕ, ਹਰ ਪੂਰਬ ਲਿਖਣੇ। ਪੂਰਬਲੇ ਸੰਸਕਾਰ ਹੋਵਨ, ਪੂਰਬਲੀ ਪ੍ਰਾਲਬਧ ਹੋਵੇ ਤੇ ਸਾਧ ਸੰਗਤ ਨਸੀਬ ਹੋਵੇ, ਬਸ ਉੱਥੇ ਇਹ ਰੂਹਾਨੀ ਜੀਵਨ ਲੱਭ ਪੈਂਦਾ ਹੈ, ਉੱਥੇ ਇਹ ਅਧਿਆਤਮਕ ਜ਼ਿੰਦਗੀ ਜੋ ਹੈ ਲੱਭ ਪੈਂਦੀ ਹੈ। ਜੈਸੇ ਕੋਈ ਸਰੀਰਕ ਤਲ ਤੇ ਮੁਰਦਾ ਹੈ ਤਾਂ ਫੌਰਨ ਦਿਖਾਈ ਦੇ ਜਾਂਦਾ ਹੈ, ਇਹ ਲਾਸ਼ ਹੈ, ਇਹ ਜੀਵਦਾ ਜਾਗਦਾ ਨਹੀਂ ਹੈ। ਹੂ ਬਹੂ ਧਾਰਮਿਕ ਮਨੁੱਖ ਫੌਰਨ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਕੋਲ ਰੂਹਾਨੀ ਜ਼ਿੰਦਗੀ ਨਹੀਂ ਹੈ, ਇਹਦੇ ਕੋਲ ਧਾਰਮਿਕ ਜੀਵਨ ਨਹੀਂ ਹੈ। ਜੈਸੇ ਆਰਥਿਕ ਜੀਵਨ ਰੱਖਣ ਵਾਲੇ ਫੌਰਨ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਕੋਲ ਆਰਥਿਕ ਜੀਵਨ ਨਹੀਂ ਹੈ, ਅਰਥ ਦੀ ਦੁਨੀਆ ਵਿੱਚ ਇਸ ਦੀ ਮੌਤ ਹੈ, ਕਿਉਂਕਿ ਇਸ ਦੇ ਕੋਲ ਧਨ ਨਹੀਂ ਹੈ, ਆਰਥਿਕ ਮੌਤ ਹੈ। ਇਸੇ ਤਰੀਕੇ ਨਾਲ ਕਈਆਂ ਦੀ ਰਾਜਨੀਤਿਕ ਮੌਤ ਆਉਂਦੇ ਨੇ, ਸਿਆਣੇ ਬੰਦੇ ਕਹਿ ਦਿੰਦੇ ਨੇ ਇਹ ਰਾਜਨੀਤੀ ਦੇ ਵਿੱਚ ਮਰ ਚੁੱਕਿਆ ਹੈ, ਉਸ ਦੁਨੀਆ ਦੇ ਵਿੱਚ ਇਸ ਦੀ ਕੋਈ ਹੋਂਦ ਨਹੀਂ, ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ, ਕਿਸੇ ਵਕਤ ਜੀਵਦਾ ਜਾਗਦਾ ਸੀ ਅੱਜ ਨਹੀਂ। ਤਾਂ ਫੌਰਨ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਇਸ ਦੇ ਕੋਲ ਰੂਹਾਨੀ ਜ਼ਿੰਦਗੀ ਨਹੀਂ ਹੈ, ਅਧਿਆਤਮਕ ਜੀਵਨ ਨਹੀਂ ਹੈ। ਸਾਹਿਬ ਕਹਿੰਦੇ ਨੇ ਇਹ ਅਧਿਆਤਮਕ ਜੀਵਨ ਲੱਭਦਾ ਹੈ ਉਸ ਸੰਗਤ ਦੇ ਚੋਂ ਜਿੱਥੇ ਸਾਧਕ ਬੈਠੇ ਨੇ, ਜੁੜੇ ਹੋਏ ਬੈਠੇ ਨੇ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਬੈਠੇ ਨੇ। ਉੱਥੋਂ ਦਾ ਮਾਹੌਲ, ਉੱਥੋਂ ਦਾ ਵਾਤਾਵਰਣ ਪ੍ਰੇਰਿਤ ਕਰੇਗਾ, ਉੱਥੇ ਬੈਠ ਕੇ ਇਸ ਜੀਵਨ ਦੀ ਪ੍ਰੇਰਨਾ ਮਿਲੇਗੀ, ਇਸ ਜੀਵਨ ਹਾਸਲ ਕਰਨ ਦੀ ਗਤੀ ਮਿਲੇਗੀ, ਸਮਰੱਥਾ ਮਿਲੇਗੀ, ਔਰ ਫਿਰ ਮਨੁੱਖ ਉਸ ਜੀਵਨ ਨੂੰ ਪ੍ਰਾਪਤ ਕਰ ਲਵੇਗਾ ਜਿਸ ਨੂੰ ਕਹਿੰਦੇ ਨੇ ਪਰਮ ਜੀਵਨ, ਮਹਾਨ ਜੀਵਨ, ਸਭ ਤੋਂ ਉੱਚਾ ਜੀਵਨ। ਜੀਵੋ ਨਾਮ ਸੁਣੀ, ਸਾਹਿਬ ਕਹਿੰਦੇ ਨੇ ਮੈਂ ਤੇ ਹੁਣ ਜੀਵਦਾ ਨਾਮ ਸੁਣ ਸੁਣ ਕੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਤਿਗੁਰੂ ਦਾ ਫੈਸਲਾ ਉਹੀ ਜੀ ਰਿਹਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ। ਸੋਈ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਦੂਜੇ ਜੀਵਦੇ ਨਹੀਂ ਪਏ, ਚਲਦੀਆਂ ਫਿਰਦੀਆਂ ਲਾਸ਼ਾਂ ਨੇ, ਭਜਦੀਆਂ ਦੌੜਦੀਆਂ ਇਹ ਲਾਸ਼ਾਂ ਨੇ, ਕਠਪੁਤਲੀਆਂ ਨੇ।
ਇਹਨਾਂ 'ਚ ਜ਼ਿੰਦਗੀ ਨਹੀਂ ਹੈ, ਜੀਵਨ ਨਹੀਂ ਹੈ। ਜੀਵਨ ਤੇ ਉੱਥੇ ਹੀ ਹੈ ਜਿੱਥੇ ਪ੍ਰਭੂ ਦਾ ਚਿੰਤਨ ਹੈ, ਪ੍ਰਭੂ ਦੀ ਯਾਦ ਹੈ, ਪ੍ਰਭੂ ਦੀ ਯਾਦ ਹੈ, ਪ੍ਰਭੂ ਦੀ ਯਾਦ ਹੈ, ਪ੍ਰਭੂ ਦੀ ਯਾਦ ਹੈ।